ਇਹ ਕਿੰਨਾ ਟਫ ਇਸ ਸਮੇਂ ਹੈ, ਸਪੈਸ਼ਲੀ ਜਦੋਂ ਆਪੋਜੀਸ਼ਨ ਬਹੁਤ ਸਟਰੋਂਗ ਨਾ ਹੋਵੇ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ 92 ਦਾ ਮੈਂਡੇਟ ਕਿਸੇ ਪਾਰਟੀ ਦੇ ਲਈ ਬਹੁਤ ਵੱਡਾ ਹੁੰਦਾ ਹੈ, ਤਾਂ ਉੱਥੇ ਹੀ ਜਿਨ੍ਹਾਂ ਨੂੰ ਪ੍ਰੈਸ਼ਰ ਗਰੁੱਪ ਕਿਹਾ ਜਾਂਦਾ ਹੈ, ਆਪੋਜੀਸ਼ਨ ਪਾਰਟੀਆਂ ਪ੍ਰੈਸ਼ਰ ਗਰੁੱਪ ਹੁੰਦੀਆਂ ਨੇ। ਕੀ ਲੱਗਦਾ ਹੈ ਕਿ ਕਿਵੇਂ ਇਸ ਨੂੰ ਤੁਸੀਂ ਦੇਖਦੇ ਹੋ, ਕਿਵੇਂ ਹੈਂਡਲ ਕਰਦੇ ਹੋ ਇਹ ਚੀਜ਼ਾਂ ਨੂੰ? ਦੇਖੋ, ਪਹਿਲਾਂ ਤਾਂ ਧੰਨਵਾਦ ਤੁਹਾਡਾ, ਕਿਉਂਕਿ ਤੁਸੀਂ ਇੱਕ ਸਪੀਕਰ ਨੂੰ ਬੋਲਣ ਦਾ ਸਮਾਂ ਦਿੱਤਾ। ਅਦਰਵਾਈਜ਼ ਤਾਂ ਸਪੀਕਰ ਇਜ਼ ਨਾਟ ਸਪੋਜ਼ ਟੂ ਸਪੀਕ। ਦੇਖੋ, ਜਿਹੜੀ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਆਪੋਜੀਸ਼ਨ ਦੀ ਬਹੁਤ ਵੱਡੀ ਭੂਮਿਕਾ ਹੈ ਜੀ। ਜਦੋਂ ਆਪੋਜੀਸ਼ਨ ਮਤਲਬ ਘੱਟ ਨੰਬਰ 'ਚ ਹੈ ਤਾਂ ਫਿਰ ਆਪਣੀ ਕੁਝ ਜ਼ਿੰਮੇਵਾਰੀ ਵੱਧ ਜਾਂਦੀ ਹੈ ਜੀ। ਸੋ ਤੁਸੀਂ ਨੋਟ ਕੀਤਾ ਹੋਣਾ ਕਿ ਮੇਰੇ ਵੱਲੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਪੋਜੀਸ਼ਨ ਨੂੰ ਵੱਧ ਬੋਲਣ ਦਾ ਸਮਾਂ ਦਿੱਤਾ ਜਾਵੇ, ਕਿਉਂਕਿ ਇਹੀ ਮਤਲਬ ਮੰਗ ਕਰਦੀ ਹੈ ਡੈਮੋਕ੍ਰੇਸੀ ਦਾ ਜਿਹੜਾ ਇਹ ਸਿਸਟਮ ਹੈ ਜਿਹੜਾ ਸਾਡਾ। ਡੈਫੀਨਿਟਲੀ ਮਤਲਬ ਆਪੋਜੀਸ਼ਨ ਸ਼ੁੱਡ ਹੈਵ ਇਟਸ ਸੇ ਐਂਡ ਦ ਗਵਰਨਮੈਂਟ ਇਜ਼ ਹੈਵਿੰਗ ਇਟਸ ਵੇ ਨਾ। ਸੋ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਵੱਧ ਸਮਾਂ ਦਿੱਤਾ ਜਾਵੇ, ਵੱਧ ਮੁੱਦੇ ਉਠਾਏ ਜਾਣ। ਕਿੰਨੇ ਕਾਮਯਾਬ ਹੁੰਦੇ ਇਹ ਤੁਸੀਂ ਦੱਸਣਾ। ਬਹੁਤੇ ਖੁਸ਼ ਆਪੋਜੀਸ਼ਨ ਵਾਲੇ ਨਹੀਂ ਹੈਗੇ, ਖਾਸ ਤੌਰ ਤੇ ਟਾਈਮ ਨੂੰ ਲੈ ਕੇ, ਬੋਲਣ ਨੂੰ ਲੈ ਕੇ, ਡਾਂਟਣ ਨੂੰ ਲੈ ਕੇ ਵੀ। ਦੇਖੋ, ਡਾਂਟਣ ਦਾ ਤਾਂ ਕੋਈ ਮਤਲਬ ਕੋਈ ਮੂਡ ਵੀ ਨਹੀਂ ਹੁੰਦਾ, ਕੋਈ ਸ਼ੌਕ ਵੀ ਨਹੀਂ ਹੈ। ਮੇਰੇ ਨਾਲ ਤਾਂ ਸਾਰੇ ਵੱਡੇ ਨੇ ਔਰ ਲਗਭਗ ਸਾਰੇ ਹੀ ਤਜਰਬੇਕਾਰ ਹੈ। ਹਾਂ, ਜਦੋਂ ਮੇਰੇ ਫਰਜ਼ ਦੀ ਮਤਲਬ ਕਾਲ ਹੁੰਦੀ ਹੈ, ਕੋਈ ਕਾਲ ਆਫ ਡਿਊਟੀ, ਉਦੋਂ ਕੁਝ ਕਰਨਾ ਪੈ ਜਾਂਦਾ। ਸਮਾਂ ਉਹਨਾਂ ਨੂੰ ਤੁਸੀਂ ਜੇ ਰਿਕਾਰਡ ਕਢਾ ਕੇ ਵੇਖੋ ਤਾਂ ਉਹਨਾਂ ਦੇ ਬਣਦੇ ਸਮੇਂ ਨਾਲੋਂ ਹਮੇਸ਼ਾ ਹੀ ਵੱਧ ਦਿੱਤਾ ਗਿਆ। ਸੋ ਹੁਣ ਇਹ ਤਾਂ ਉਹਨਾਂ ਦੀ ਸਿਆਣਪ ਹੈ, ਮਾਣਯੋਗ ਮੈਂਬਰ ਸਾਹਿਬਾਨ ਦੀ, ਕਿ ਉਸ ਸਮੇਂ ਨੂੰ ਕਿਸ ਤਰ੍ਹਾਂ ਵਰਤਦੇ ਆ। ਪੰਜਾਬ ਦੀ ਜਿਹੜੀ ਬਿਹਤਰੀ ਲਈ, ਪੰਜਾਬ ਦੇ ਮੁੱਦੇ ਚੱਕਣ ਲਈ ਵਰਤਦੇ ਆ, ਜਾਂ ਇੱਕ ਦੂਜੇ ਦੀ ਪਰਸਨਲ ਜਿਹੜੀ ਉਹ ਗੱਲਬਾਤ ਆ ਉਹਦੇ ਲਈ ਵਰਤਦੇ ਆ, ਉਹਦੇ 'ਚ ਪ੍ਰੋਬਲਮ ਹੋ ਜਾਂਦੀ ਹੈ ਜੀ। ਅੱਛਾ, ਸਪੀਕਰ ਸਾਹਿਬ, ਪਹਿਲੇ ਦਿਨ ਦੀ ਮੈਂ ਗੱਲ ਕਰਾਂ, ਪਹਿਲੇ ਦਿਨ ਤੋਂ ਲੈ ਕੇ ਅੱਜ 1 ਸਾਲ ਪੂਰਾ ਹੋ ਗਿਆ। 1 ਸਾਲ ਤੇ ਆਪਾਂ ਗੱਲ ਕਰ ਰਹੇ ਹਾਂ ਸਰਕਾਰ ਦੇ ਕੰਮਾਂ ਕਾਰਾਂ ਤੇ ਕਾਰਗੁਜ਼ਾਰੀ ਤੇ। ਓਬਵੀਅਸਲੀ ਤੁਹਾਡੇ ਤੋਂ ਜ਼ਿਆਦਾ ਸਵਾਲ ਵਿਧਾਨ ਸਭਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਨੇ, ਕੁਝ ਹੋਰ ਚੀਜ਼ਾਂ ਤੇ ਵੀ ਕਰਾਂਗੇ। ਪਰ ਪਹਿਲੇ ਦਿਨ ਜਦੋਂ ਸਾਰੇ MLA ਸਹੁੰ ਚੁੱਕ ਰਹੇ ਸੀ ਪਹਿਲੇ ਦਿਨ, ਤੇ ਉਸ ਤੋਂ ਬਾਅਦ ਹੁਣ ਜਦੋਂ ਬਜਟ ਸੈਸ਼ਨ ਚੱਲ ਰਿਹਾ ਹੈ, ਤੁਸੀਂ ਆਪਣੇ ਮੈਂਬਰਾਂ ਦੀ ਵੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਅਸੈਸ ਕੀਤਾ? 1 ਸਾਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਾਡੇ ਬੰਦੇ ਮੈਚਿਓਰ ਹੋਏ ਐ, ਸਮਝੇ ਐ ਚੀਜ਼ਾਂ ਨੂੰ? ਕਿਉਂਕਿ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿ ਤੁਸੀਂ ਆਪਣਿਆਂ ਨੂੰ ਵੀ, ਜਿਹੜੀ ਮੈਂ ਡਾਂਟ ਦੀ ਗੱਲ ਕਰ ਰਿਹਾ ਸੀ, ਉਹ ਸਿਰਫ ਵਿਰੋਧੀਆਂ ਨੂੰ ਨਹੀਂ, ਉਹ ਆਪਣਿਆਂ ਨੂੰ ਵੀ ਲਾਈ ਸੀ ਵੀ ਕੋਈ 0 ਓਵਰ 'ਚ ਉੱਠ ਕੇ ਕਿਸੇ ਨੇ ਗਲਤ ਸਵਾਲ ਕਰਤਾ ਜਾਂ ਕੁਝ ਹੋਰ ਇਸ਼ੂ ਚੱਕ ਲਿਆ ਜਿਹੜੇ ਰਿਲੇਟਡ ਨਹੀਂ ਹੁੰਦੇ, ਕਈ ਵਾਰੀ ਜਾਣਕਾਰੀ ਦੀ ਘਾਟ ਨੂੰ ਲੈ ਕੇ। ਸੋ ਤੁਸੀਂ ਉਹਦੇ 'ਚ ਬਦਲਾਵ ਦੇਖਿਆ, ਚੇਂਜਸ ਦੇਖੀਏ? ਦੇਖੋ, ਜੇ ਤਾਂ ਆਪਾਂ ਗੱਲ ਕਰੀਏ ਮੈਚਿਓਰਿਟੀ ਦੀ, ਉਹ ਮੈਚਿਓਰ ਤਾਂ ਉਹ ਇੰਨੇ ਹੈਗੇ ਆ ਕਿ ਵਿਧਾਨ ਸਭਾ 'ਚ ਇਸੇ ਕਰਕੇ ਪਹੁੰਚੇ ਆ। ਪੰਜਾਬ ਦੇ ਲੋਕਾਂ ਨੇ ਉਹਨੂੰ ਮਾਣ ਬਖਸ਼ਿਆ। ਆ ਕਿਤੇ ਨਾ ਕਿਤੇ ਕੌਨਫੀਡੈਂਸ ਦੀ ਕਮੀ ਰਹਿੰਦੀ ਹੈ। ਜਦੋਂ ਆਪਾਂ ਮੰਨ ਲਓ ਇੱਥੋਂ 17 ਸੈਕਟਰ ਜਾਣਾ, ਜੇ ਮੈਨੂੰ ਰਸਤੇ ਦਾ ਪਤਾ ਤਾਂ ਮੈਂ ਕੌਨਫੀਡੈਂਟਲੀ ਜਾਊਂਗਾ, ਜੇ ਨਹੀਂ ਪਤਾ ਤੇ ਫਿਰ ਉਹ ਮਤਲਬ ਸੱਜੇ ਖੱਬੇ ਹੋ ਕੇ ਜਾਊਗੀ। ਸੋ ਉਦੋਂ ਫਿਰ ਉਹ ਬ੍ਰੇਕਾਂ ਮੈਨੂੰ ਲਾਉਣੀਆਂ ਪੈਂਦੀਆਂ ਸੀ ਗੱਡੀ ਦੀ। ਠੀਕ ਹੈ। ਸੋ ਉਹਦੇ 'ਚ ਉਹਨਾਂ ਦਾ ਕਸੂਰ ਨਹੀਂ ਸੀ, ਕਸੂਰ ਸੋ ਵਿਧਾਨ ਸਭਾ ਦੀ ਜਿਵੇਂ ਕਾਰਜਪ੍ਰਣਾਲੀ ਨੂੰ, ਕਾਰਜਵਿਧੀ ਨੂੰ ਸਮਝਣਾ। ਸਮਝੋ, ਦੱਸਾਂਗੇ ਤਾਂ ਸਮਝਣਗੇ ਨਾ ਉਹ। ਸੋ ਅਸੀਂ ਹੁਣ ਦੱਸਣ ਵਾਸਤੇ ਟ੍ਰੇਨਿੰਗ ਇਹਨਾਂ ਦੀ ਲਵਾਈ ਸੀ, ਤੇ ਉਹਦੇ ਨਾਲ ਬੜਾ ਫਰਕ ਪਿਆ। ਆਲ ਦ ਮੈਂਬਰਸ ਆਰ ਨਾਓ ਮੋਰ ਕੌਨਫੀਡੈਂਟ। ਹੁਣ ਜ਼ਿਆਦਾ ਉਹਨਾਂ ਦੀ ਕੌਨਫੀਡੈਂਸ ਹੈ, ਆਪਦੀ ਗੱਲ ਕਰਦੇ ਆ, ਵੱਖ-ਵੱਖ ਜਿਹੜੇ ਵਿਧਾਨਕ ਟੂਲ ਹੈ ਉਹਨਾਂ ਨੂੰ ਉਹ ਯੂਜ਼ ਕਰਦੇ ਆ ਤਾਂ ਕਿ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਨੂੰ ਇਫੈਕਟਿਵਲੀ ਉਠਾਇਆ ਜਾਵੇ। ਜੀ। ਤੇ ਮੈਂ ਮਿਆਰ ਦਾ ਜ਼ਿਕਰ ਕਰ ਰਿਹਾ, ਤੁਸੀਂ ਮੈਚੋਰਿਟੀ ਦਾ ਜ਼ਿਕਰ ਕੀਤਾ ਹੈ, ਖਾਸ ਤੌਰ ਤੇ ਜਿਹੜਾ ਲੰਘਿਆ ਬਜਟ ਸੈਸ਼ਨ ਦਾ ਫਰਸਟ ਫੇਜ਼ ਸੀਗਾ, ਮਿਆਰ ਨੂੰ ਲੈ ਕੇ ਵਿਰੋਧੀਆਂ ਨੇ ਬਹੁਤ ਸਵਾਲ ਚੁੱਕੇ ਕਿ ਦੇਖੋ ਅੰਦਰ ਕਿਸ ਤਰੀਕੇ ਨਾਲ ਬੋਲਿਆ ਜਾ ਰਿਹਾ ਹੈ, ਵਿਰੋਧੀਆਂ ਨੂੰ ਕਿਵੇਂ ਬੋਲਿਆ ਜਾ ਰਿਹਾ। ਇਨਫੈਕਟ CM ਦੀ ਸ਼ਬਦਾਵਲੀ ਨੂੰ ਲੈ ਕੇ ਵੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਵਾਲ ਚੁੱਕ ਦਿੱਤੇ ਕਿ ਨਹੀਂ, ਇਹ ਤਰੀਕਾ ਨਹੀਂ ਹੈ ਬੋਲਣ ਦਾ। ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਕੁਝ ਅੰਦਰ ਤੁਸੀਂ ਮਹਿਸੂਸ ਕੀਤਾ? ਦੇਖੋ, ਜਿਹੜੀ ਵਿਰੋਧੀ ਧਿਰ ਨੇ ਸੱਤਾ ਧਿਰ ਦੀ ਗੱਲ ਦੇ ਵਿੱਚ ਕੋਈ ਨੁਕਸ ਨਾ ਕੱਢਿਆ, ਫਿਰ ਉਹ ਵਿਰੋਧੀ ਧਿਰ ਕਾਹਦੀ ਹੋਈ? ਜਿਸ ਦਿਨ ਤੁਸੀਂ ਵਿਰੋਧੀ ਧਿਰ ਦੇ ਮਾਣਯੋਗ ਨੇਤਾ ਜਿਹੜੇ ਨੇ, ਭਾਵੇਂ ਲੀਡਰ ਆਫ ਆਪੋਜੀਸ਼ਨ ਆ ਜਾਂ ਹੋਰ ਨੇਤਾ ਹਨ, ਜੇ ਉਹਨਾਂ ਨੇ ਸਰਕਾਰ ਦੀ ਤਾਰੀਫ ਕਰਨੀ ਸ਼ੁਰੂ ਕਰਤੀ ਤਾਂ ਫਿਰ ਤੁਸੀਂ ਕਹੋਗੇ ਨਾਲ ਰਲ ਗਏ। ਸੋ ਉਹਨਾਂ ਦਾ ਧਰਮ ਹੈ, ਉਹਨਾਂ ਨੇ ਕਰਦੇ ਰਹਿਣਾ। ਤਾਂ ਤੁਹਾਨੂੰ ਲੱਗਦਾ ਕਿ ਮਿਆਰ ਦੀ ਕੋਈ ਦਿੱਕਤ ਨਹੀਂ ਹੈ?
ਦੇਖੋ ਮੈਂ ਇਹ ਵੀ ਮੈਂ ਇੱਥੇ ਮੈਂਸ਼ਨ ਕਰ ਦਵਾਂ ਕਿ ਇਹ ਕੋਈ ਨਵਾਂ ਗੱਲ ਨਹੀਂ ਹੈ। ਤੁਸੀਂ ਪਿਛਲੀ ਬਹੁਤ ਵਿਧਾਨ ਵਾਰੀ ਸਭਾ ਪਹਿਲਾਂ ਦੇਖੋ, ਗਾਲੀ ਗਲੋਚ ਤੱਕ ਬਿਕਰਮ ਹੋਇਆ। ਮਜੀਠੀਆ ਤੇ ਲੜਾਈ ਨਵਜੋਤ ਗੁੰਨਮੁਖੀ ਸਿੱਧੂ ਆਮੋ ਤੱਕ ਸਾਹਮਣੇ ਹੋਈ। ਹੋ ਜਾਂਦੇ ਸੀ। ਮੌਜੂਦਾ ਸਮੇਂ ਦੇ ਵਿੱਚ ਬਹੁਤ ਜਿਹੜੇ ਆਮ ਆਦਮੀ ਪਾਰਟੀ ਔਰ ਦੂਜੇ ਪਾਸੇ ਕਾਂਗਰਸ ਦੇ ਲੀਡਰ ਆਮੋ ਸਾਹਮਣੇ ਹੋ ਗਏ। ਮੈਂ ਮਿਆਰ ਦਾ ਜ਼ਿਕਰ ਕਰ ਰਿਹਾ ਕਿਉਂਕਿ ਹੁਣ ਲਾਈਵ ਟੈਲੀਕਾਸਟ ਵੀ ਹੋ ਰਿਹਾ, ਲੋਕ ਦੇਖ ਰਹੇ ਨੇ ਬਾਹਰ ਕਿ ਅੰਦਰ ਕੀ ਹੋ ਰਿਹਾ। ਦੇਖੋ ਮਿਆਰ ਇੰਪਰੂਵ ਹੋਇਆ। ਤੁਸੀਂ ਜੇ ਪਿੱਛੇ 15-20 ਸਾਲ ਪਿੱਛੇ ਜਾਓਗੇ ਤਾਂ ਉਦੋਂ ਦਾ ਔਰ ਹੁਣ ਦਾ ਲਾਈਵ ਕਰਨ ਦੇ ਨਾਲ ਹਰੇਕ ਮੈਂਬਰ ਆਪਦੀ ਜ਼ਿੰਮੇਵਾਰੀ ਸਮਝਦਾ। ਸੋ ਉਹ ਆਪਦੇ ਸ਼ਬਦਾਂ ਤੇ ਕੰਟਰੋਲ ਰੱਖਦਾ, ਆਪਦੇ ਜੈਸਚਰ ਤੇ ਵੀ ਕੰਟਰੋਲ ਰੱਖਦਾ। ਸੋ ਕਿਤੇ ਕੁਝ ਹੋ ਜਾਂਦੀਆਂ, ਇਹ ਬਿਊਟੀ ਹੈ ਡੈਮੋਕ੍ਰੇਸੀ ਦੀ। ਉਹ ਸਦਨ ਬਣੇ ਇਸ ਲਈ ਹੈ, ਤੁਸੀਂ ਕਿਸੇ ਨੂੰ ਕੁਝ ਵੀ ਕਹਿ ਸਕਦੇ ਹੋ। ਇਹ ਉੱਥੇ ਇਮਿਊਨਿਟੀ ਹੈ ਉਸ ਸਦਨ ਦੇ ਵਿੱਚ। ਹਾਲਾਂਕਿ ਲਾਈਵ ਨੂੰ ਲੈ ਕੇ ਵੀ ਬੜੇ ਸਵਾਲ ਨੇ। ਵਿਰੋਧੀ ਕਹਿੰਦੇ ਸਾਡਾ ਚਿਹਰਾ ਨਹੀਂ ਦਿਖਾਉਂਦੇ, ਸਾਨੂੰ ਦੂਰੋਂ ਦਿਖਾ ਦਿੱਤਾ ਜਾਂਦਾ। ਕੈਮਰੇ ਹੀ ਇਸ ਤਰੀਕੇ ਨਾਲ ਲੱਗੇ ਨੇ ਕਿ ਅਸੀਂ ਨਜ਼ਰ ਨਹੀਂ ਆਉਂਦੇ। ਦੇਖੋ ਉਹਦੇ 'ਚ ਮੈਂ ਚੈੱਕ ਵੀ ਕਰਾ, ਮੈਂ ਦੇਖਦਾ ਉੱਥੇ ਜਿਹੜੀ ਸਕਰੀਨ ਆ ਉਹਦੇ ਤੇ ਪੂਰਾ ਚਿਹਰਾ ਹੁੰਦਾ ਉਹਨਾਂ ਦਾ। ਬਾਹਰ ਜਦੋਂ ਰੌਲਾ ਪੈਂਦਾ ਤੇ ਫਿਰ ਉਹ ਇੱਕ ਕੱਲਾ, ਹੁਣ ਰੌਲਾ ਤਾਂ ਸਾਰੇ ਹੀ ਪਾਉਂਦੇ ਨੇ ਜੀ, ਤੋ ਕੱਲਾ ਚਿਹਰਾ ਦਿਖਾਉਣਾ ਔਖਾ ਵੀ ਹੋ ਜਾਂਦਾ ਜੀ। ਨਹੀਂ ਇਹਦੇ ਬਾਰੇ ਤੁਹਾਨੂੰ ਲੱਗਦਾ ਕਿ ਗੌਰ ਕਰਨਾ ਚਾਹੀਦਾ ਕਿ ਜੇ ਨਹੀਂ ਆ ਰਹੇ ਆਪੋਜੀਸ਼ਨ ਦੇ ਚਿਹਰੇ ਕਲੋਜ਼। ਹੁਣ ਪ੍ਰਤਾਪ ਬਾਜਵਾ ਬੋਲ ਰਹੇ ਆ, ਰਾਜਾ ਵੜਿੰਗ ਬੋਲ ਰਹੇ ਆ, ਇੱਧਰੋਂ ਮੈਂ ਪਿੰਡ ਹਰਜੋਤ ਗਿਆ ਬੈਂਸ ਜੀ, ਬੋਲ ਰਹੇ, ਹੁਣ ਤੁਸੀਂ ਬੋਲ ਰਹੇ ਹੋ, ਉਹ ਚਿਹਰਾ ਦੇ ਕੇ ਫਿਰ ਗੱਲ ਬਣਦੀ ਨਹੀਂ। ਨਹੀਂ ਮੈਂ ਪਿੰਡ ਗਿਆ ਜੀ, ਤੇ ਪਿੰਡ ਮੈਨੂੰ ਇੱਕ ਸਾਡਾ ਸਾਥੀ ਕਹਿੰਦਾ ਜੀ ਹੁਣ ਗੱਲ ਇਹ, ਜਿਨ੍ਹਾਂ ਦੇ ਵੇਖਣੇ ਸੀ ਉਹਨਾਂ ਨੂੰ ਅਸੀਂ ਸੱਜੇ ਪਾਸੇ ਬਾਤਾ, ਜਿਨ੍ਹਾਂ ਦੇ ਨਹੀਂ ਵੇਖਣੇ ਸੀ ਉਧਰ ਬਾਤਾ, ਕਿਉਂ ਤੁਸੀਂ ਇਹ ਚਿੰਤਾ 'ਚ ਪੈਂਦੇ? ਮੈਂ ਕਿਹਾ ਨਹੀਂ, ਆਪਾਂ ਤਾਂ ਬੈਲੈਂਸ ਕਰਾਂਗੇ। ਹਾਂ ਬਿਲਕੁਲ, ਸਪੀਕਰ ਦਾ ਰੋਲ ਹੀ ਹੈ, ਸਪੀਕਰ ਦਾ ਕੰਮ ਹੀ ਹੈ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਰਨਾ ਔਰ ਉਸ ਦੇ ਵਿੱਚ ਇੱਕ ਤਾਲਮੇਲ ਬਣਾ ਕੇ ਰੱਖਣਾ। ਔਰ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਮਾਂ ਸੀਮਾ ਹੈ, ਜਿਹੜੇ ਸੈਸ਼ਨਸ ਨੇ ਉਹਨਾਂ ਦੀ, ਉਸ ਦੀ ਸਮਾਂ ਸੀਮਾ ਨੂੰ ਲੈ ਕੇ ਬਹੁਤ ਸਵਾਲ ਉੱਠਦੇ ਰਹੇ ਨੇ। ਸੋ ਤੁਸੀਂ 1 ਸਾਲ ਦੇ ਅੰਦਰ ਇਸ ਚੀਜ਼ ਨੂੰ ਥੋੜਾ ਜਿਹਾ ਕਦੇ ਸਰਕਾਰ ਨਾਲ ਬੈਠ ਕੇ ਜਾਂ ਆਪਣੇ ਵੱਲੋਂ ਇਨੀਸ਼ੀਏਟਿਵ ਲੈ ਕੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਲੰਬੇ ਕੀਤੇ ਜਾਣ ਸੈਸ਼ਨ ਹੋਰ? ਦੇਖੋ ਬੜਾ ਚਿੰਤਾ ਦਾ ਵਿਸ਼ਾ, ਇਕੱਲਾ ਪੰਜਾਬ ਨਹੀਂ, ਸਾਰੇ ਦੇਸ਼ ਦੇ ਵਿੱਚ ਜੀ। ਜੇ ਡਿਬੇਟ ਨਹੀਂ ਹੋਏਗੀ, ਡਿਸਕਸ਼ਨ ਨਹੀਂ ਹੋਏਗੀ, ਤੇ ਫਿਰ ਹੱਲ ਵੀ ਉਸ ਤਰ੍ਹਾਂ ਦੀ ਨਿਕਲਣਗੇ। ਜੇ ਤੁਸੀਂ ਸਹੀ ਹੱਲ ਚਾਹੁੰਦੇ ਹੋ, ਸਹੀ ਕਾਨੂੰਨ ਚਾਹੁੰਦੇ ਹੋ, ਐਮਐਲਏ ਦਾ ਕੰਮ ਕੀ ਹੈ, ਐਮਪੀ ਦਾ ਕੰਮ ਕੀ ਹੈ ਜੀ? ਇਹਨਾਂ ਦਾ ਕੰਮ ਹੈ ਕਾਨੂੰਨ ਬਣਾਉਣਾ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਕਾਨੂੰਨ ਬਣਾਉਣ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਮੈਂ ਕੀ ਬੋਲਣਾ, ਕਿਹਦੇ ਹੱਕ 'ਚ ਮੈਂ ਵੋਟ ਪਾ ਰਿਹਾ, ਯੈਸ ਕਿਹਨੂੰ ਕਹਿ ਰਿਹਾ, ਨੋ ਕਿਹਨੂੰ ਕਹਿ ਰਿਹਾ, ਵਿਰੋਧ ਕਰਨ ਵਾਲੇ ਨੂੰ ਵੀ ਪਤਾ। ਸੋ ਇਹ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਬੇਸਿਕ ਫਲੋ ਆ ਗਿਆ ਕਿ ਉੱਥੇ ਅਸੀਂ ਕਾਨੂੰਨ ਡਿਸਕਸ ਨਹੀਂ ਕਰਦੇ। ਸੋ ਮੈਂ ਤਾਂ ਹੁਣ ਜਦੋਂ ਲੋਕਾਂ 'ਚ ਜਾਂਦਾ, ਮੈਂ ਇਹੀ ਕਹਿੰਦਾ ਵੀ ਤੁਸੀਂ ਆਪਦੇ ਮਾਣਯੋਗ ਵਿਧਾਇਕ ਨੂੰ ਇਹ ਜ਼ਰੂਰ ਪੁੱਛਣਾ ਵੀ ਐਤਕੀ ਕਿੰਨੇ ਕਾਨੂੰਨ ਪਾਸ ਹੋਏ ਆ ਤੇ ਕਿੰਨਿਆਂ ਤੇ ਤੁਸੀਂ ਡਿਬੇਟ ਕੀਤੀ ਹੈ। ਇਹ ਸਾਡਾ ਕੰਮ ਹੈ, ਕਿਉਂਕਿ ਅਖੀਰਲੇ ਦਿਨ 10 ਮਿੰਟਾਂ 'ਚ 15 ਬਿੱਲ ਪਾਸ ਕਰ ਦਿੱਤੇ ਜਾਂਦੇ ਆ, ਹੋ ਜਾਂਦੇ ਆ ਜੀ। ਮੈਂ ਤਾਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਵੀ ਬਿੱਲ ਐਨ ਸਮੇਂ ਤੇ ਨਾ ਭੇਜੇ ਜਾਣ, ਪਹਿਲਾਂ ਭੇਜੇ ਜਾਣ। ਪਰ ਸਰਕਾਰ ਦੀ ਉਹਨਾਂ ਦਾ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਦੇ ਅਧਿਕਾਰ ਖੇਤਰ 'ਚ ਹੈ ਕਿ ਕਦੋਂ ਬਿੱਲ ਭੇਜਣੇ, ਕਦੋਂ ਨਹੀਂ ਭੇਜਣੇ। ਸੋ ਇਹ ਚਿੰਤਾ ਦਾ ਵਿਸ਼ਾ ਹੈ। ਫਿਰ ਵੀ ਤੁਸੀਂ ਆਪਣੇ ਵੱਲੋਂ ਉਸ ਨੂੰ ਪਿਨ ਪੁਆਇੰਟ ਕਰਕੇ, ਉਸ ਨੂੰ ਥੋੜਾ ਪ੍ਰੈਸ਼ਰਾਈਜ਼ ਕਰਕੇ ਜਾਂ ਹਲਕਾ ਧੱਕਾ ਲਾ ਕੇ ਕੁਝ ਤੇ ਇੰਪਰੂਵਮੈਂਟ ਉਹਦੇ 'ਚ ਲਿਆ ਸਕਦੇ ਹੋ ਕਿ ਚਲੋ ਕੁਝ ਘੰਟੇ ਪਹਿਲਾਂ ਮਿਲ ਜਾਣ, ਜੇ ਇੱਕਦਮ ਮਿੰਟ ਪਹਿਲਾਂ ਨਾ ਮਿਲ ਤਾਂ ਕੁਝ ਘੰਟੇ ਪਹਿਲਾਂ ਤਾਂ ਕਿ ਬੰਦਾ ਪੜ੍ਹ ਸਕੇ। ਦੇਖੋ ਮੇਰੇ ਵੱਲੋਂ ਬਤੌਰ ਸਪੀਕਰ ਤੇ ਪੂਰਾ ਧੱਕਾ ਲਾਇਆ ਜਾਂਦਾ। ਹੁਣ ਤੁਸੀਂ ਦੇਖੋ ਵੀ ਉੱਥੇ ਡਿਸਕਸ਼ਨ, ਹੈਲਥ ਦੀ ਡਿਸਕਸ਼ਨ ਹੋਈ, ਬੜੀ ਵਧੀਆ, ਮਤਲਬ ਪਹਿਲੀ ਵਾਰ ਹੋਈ ਵੀ ਜਿਹੜੀ MRP ਜਿਹੜੀਆਂ ਦਵਾਈਆਂ ਨੂੰ ਕੰਟਰੋਲ ਕਰਨ ਦੀ ਗੱਲ ਹੋਈ, ਉਹ ਪ੍ਰੋਪਰ ਡਿਸਕਸ਼ਨ ਕਰਾਈ ਹੈ। ਔਰ ਮੈਂ ਮਾਨਯੋਗ ਵਿਧਾਇਕ ਸਭਾ ਨੂੰ ਵੀ ਕਹਿੰਦਾ ਵੀ ਜਿਹੜੀਆਂ ਆਪਣੀ ਕਮੇਟੀਜ਼ ਹੈ, ਉਹਨਾਂ ਦੀ ਰਿਪੋਰਟ ਹੈ, ਉਹਨਾਂ ਦੀ ਡਿਸਕਸ਼ਨ ਦੀ ਮੰਗ ਕਰੋ। ਵਿਧਾਨ ਸਭਾ ਹੈ ਹੀ ਡਿਸਕਸ਼ਨ ਕਰਨ ਵਾਸਤੇ। ਸੋ ਜਿਵੇਂ ਜਿਵੇਂ ਆਪਾਂ ਡਿਸਕਸ਼ਨ ਦਾ ਪੱਧਰ ਵਧਾਉਂਦੇ ਜਾਵਾਂਗੇ, ਸਮਾਂ ਵਧਾਉਂਦੇ ਜਾਵਾਂਗੇ, ਉਵੇਂ ਐਗਜ਼ੈਕਟਿਵ ਵੱਧ ਜ਼ਿੰਮੇਵਾਰੀ ਨਾਲ ਕੰਮ ਕਰੂਗੀ, ਸਰਕਾਰ ਵੱਧ ਜ਼ਿੰਮੇਵਾਰੀ ਨਾਲ ਕੰਮ ਕਰੇਗੀ। ਸੋ ਇਸ ਤੇ ਤੁਹਾਡੀ ਵੀ ਡਿਊਟੀ ਬਣਦੀ ਹੈ। ਤੁਸੀਂ ਇਹ ਸਵਾਲ ਪੁੱਛਿਆ, ਮੈਨੂੰ ਬੜਾ ਚੰਗਾ ਲੱਗਿਆ, ਕਿਉਂਕਿ ਰਾਜਨੀਤੀ 'ਚ ਕੀ ਹੁੰਦਾ, ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ, ਜੋ ਲੋਕ ਚਾਹੁੰਦੇ ਨੇ ਉਵੇਂ ਹੁੰਦਾ, ਉਵੇਂ ਹੋਵੇ। ਤੇ ਤੁਸੀਂ ਵੀ ਲੋਕਾਂ ਦੀ ਆਵਾਜ਼ ਹੋ ਜੀ। ਅਸੀਂ ਬਿਲਕੁਲ, ਅਸੀਂ ਖੁਦ, ਮੈਂ ਘੱਟੋ ਘੱਟ 11-12 ਸਾਲ ਲਗਾਤਾਰ ਵਿਧਾਨ ਸਭਾ ਕਵਰ ਕੀਤੀ, ਇੱਕ ਵੀ ਸੈਸ਼ਨ ਨਹੀਂ ਛੱਡਿਆ। ਹੁਣ ਕਿਉਂਕਿ ਸਟੂਡੀਓ 'ਚ ਬਿਜ਼ੀ ਹੋਣ ਕਰਕੇ ਕਈ ਵਾਰ ਨਹੀਂ ਜਾ ਪਾਉਂਦੇ, ਤਾਂ ਅਸੀਂ ਇਹ ਚੀਜ਼ਾਂ ਫੀਲ ਕਰਦੇ ਰਹੇ ਹਾਂ ਕਿ ਜਦੋਂ ਸਾਨੂੰ ਸਟੂਡੀਓ 'ਚੋਂ, ਆਫਿਸ 'ਚੋਂ ਪੁੱਛਿਆ ਜਾਂਦਾ ਕਿ ਅੱਜ ਕਿੰਨੇ ਬਿੱਲ ਪਾਸ ਹੋਏ ਹੈ, ਇਹਨਾਂ ਦੀ ਡਿਟੇਲ ਕੀ ਹੈ, ਤਾਂ ਸਾਨੂੰ ਦੱਸਣਾ ਔਖਾ ਹੋ ਜਾਂਦਾ ਸੀ, ਕਿਉਂਕਿ ਸਾਨੂੰ ਵੀ ਉਸੇ ਲਾਸਟ ਮੂਮੈਂਟ ਤੇ ਮਿਲੇ ਨੇ। ਸੋ ਇਸ ਕਰਕੇ ਜੇ ਇੱਕ ਸਰਕਾਰ ਓਵਰਆਲ ਪਬਲਿਕ ਦੇ ਲਈ ਕੋਈ ਕਾਨੂੰਨ ਬਣਾ ਰਹੀ ਹੈ ਤਾਂ ਉਸ ਬਾਰੇ ਡਿਸਕਸ ਕਰਨ ਦਾ ਜਾਂ ਉਹਨਾਂ ਨੂੰ ਡਿਟੇਲ 'ਚ ਜਾਣਨ ਦਾ ਹੱਕ ਤੇ ਹੁੰਦਾ, ਨਹੀਂ ਤੇ ਉਹ ਕਾਗਜ਼ਾਂ ਤੱਕ ਸੀਮਿਤ ਹੋ ਕੇ ਰਹਿ ਜਾਂਦੇ। ਉੱਥੇ ਮਾਨਯੋਗ ਮੈਂਬਰ ਸਾਹਿਬਾਨ ਮੰਗ ਕਰ ਸਕਦੇ ਆ ਕਿ ਅਸੀਂ ਡਿਸਕਸ਼ਨ ਕਰਾਉਣਾ ਚਾਹੁੰਦੇ ਆ, ਤਾਂ
ਚਲੋ ਥੋੜੇ ਟਾਈਮ ਦੀ ਹੋਵੇ ਡਿਸਕਸ਼ਨ ਤਾਂ ਹੋਵੇ। ਸੋ ਇਹ ਡਿਪੈਂਡ ਕਰਦਾ ਆਪਣੇ ਮਾਨਯੋਗ ਮੈਂਬਰ ਸਾਹਿਬਾਨ ਦੀ ਵਿਲ ਤੇ। ਤੁਸੀਂ ਚਲੋ ਤੁਸੀਂ ਤੁਹਾਡਾ ਕਮੇਟੀਆਂ ਦਾ ਜ਼ਿਕਰ ਕੀਤਾ ਕਿ ਕਮੇਟੀਆਂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਵੱਖ-ਵੱਖ ਇਸ਼ੂਜ਼ ਤੇ ਜਾਂ ਦਵਾਈਆਂ ਵਾਲੇ ਮੁੱਦੇ ਦਾ ਜ਼ਿਕਰ ਕੀਤਾ। ਤੁਸੀਂ ਪਿਛਲੇ ਦਿਨਾਂ ਦੇ ਵਿੱਚ 3-4 ਮੀਟਿੰਗਾਂ ਲਈਆਂ ਨੇ, ਉਹ ਵਿਧਾਨ ਸਭਾ ਦੇ ਸੈਸ਼ਨ ਤੋਂ ਪਾਸੇ ਹਟ ਕੇ, ਉਸ ਦੀ ਕੀ ਵਜ੍ਹਾ ਸੀ ਔਰ ਕਿਹੜੇ-ਕਿਹੜੇ ਉਹਦੇ ਨਾਲ ਮਹਿਕਮੇ ਨਾਲ ਸੰਬੰਧਿਤ? ਕਾਫੀ ਮੁੱਦੇ ਨੇ ਪੰਜਾਬ ਦੇ, ਦੇਸ਼ ਦੇ, ਸਾਡੇ ਸਮਾਜ ਨੂੰ ਦਰਪੇਸ਼, ਜਿਨ੍ਹਾਂ ਤੇ ਡਿਸਕਸ਼ਨ ਹੋਣੀ ਚਾਹੀਦੀ ਆ। ਔਰ ਸਾਡੇ ਜਿਹੜੇ ਮਾਣਯੋਗ ਮੈਂਬਰ ਸਾਹਿਬਾਨ ਆ ਉਹ ਵੱਖ-ਵੱਖ ਫੀਲਡਸ ਤੋਂ ਆਉਂਦੇ ਆ। ਹਰੇਕ ਫੀਲਡ ਦੀ ਜਾਣਕਾਰੀ ਤਾਂ ਕਿਸੇ ਨੂੰ ਹੋ ਨਹੀਂ ਸਕਦੀ ਜੀ। ਸੋ ਮੈਂ ਇਨੀਸ਼ੀਏਟਿਵ ਲੈ ਕੇ ਜਿਵੇਂ ਤੁਹਾਡਾ GM ਸਰੋਂ ਦਾ ਇਸ਼ੂ ਹੋ ਗਿਆ, ਮਾਂ ਬੋਲੀ ਪੰਜਾਬੀ ਦਾ ਇਸ਼ੂ ਹੋ ਗਿਆ, ਇਸ ਤਰ੍ਹਾਂ ਦੇ ਇਸ਼ੂਜ਼ ਦੇ ਉੱਪਰ MRP ਜਿਹੜੀ ਵੱਧ ਵਸੂਲੀ ਜਾਂਦੀ ਹੈ ਦਵਾਈਆਂ ਤੇ, ਇਸ ਉੱਪਰ ਮੈਂਬਰਸ ਨੂੰ ਸੈਂਸਿਟਾਈਜ਼ ਕਰਨ ਵਾਸਤੇ ਦੇਸ਼ ਦੇ ਕੋਨੇ-ਕੋਨੇ ਤੋਂ ਐਕਸਪਰਟ ਬੁਲਾ ਕੇ, ਮਤਲਬ ਇਹ ਇਕੱਲੇ ਨਹੀਂ ਵੀ ਇੱਕ ਪਾਰਟੀ ਦੇ ਮੈਂਬਰ, ਸਾਰੇ ਮੈਂਬਰ ਨੂੰ ਬੁਲਾ ਕੇ ਉੱਥੇ ਡਿਸਕਸ਼ਨ ਕਰਾਈ। ਉਹਦੇ ਨਾਲ ਮੈਂਬਰਸ ਦੀ ਜਿਹੜੀ ਡਿਬੇਟ ਕਰਨ ਦੀ ਉਹ ਸ਼ਕਤੀ ਵੱਧਦੀ ਹੈ, ਸਕਿੱਲ ਵੱਧਦੀ ਹੈ, ਉਹਨਾਂ ਨੂੰ ਵੱਧ ਮਤਲਬ ਕੌਨਫੀਡੈਂਟ ਹੋ ਜਾਂਦੇ ਆ, ਜਾਣਕਾਰੀ ਵੱਧਦੀ ਹੈ, ਨੌਲੇਜ। ਸੋ ਉਹ ਸਿਲਸਿਲੇ ਦੇ ਵਿੱਚ ਮੈਂ ਲੱਗਿਆ ਰਹਿਣਾ। ਹਾਂ, ਇੰਡਸਟਰੀ ਦਾ ਇੱਕ ਬੜਾ ਵਧੀਆ ਪੁਆਇੰਟ ਆਇਆ ਸੀ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਪਿਛਲੇ 20-25 ਸਾਲ ਤੋਂ ਟੈਂਡਰ ਮਿਲ ਰਹੇ ਨੇ, ਕੰਮ ਮਿਲ ਰਹੇ ਨੇ ਜੀ, ਉਹ ਕੰਮ ਪੰਜਾਬ ਦੀਆਂ ਕੰਪਨੀਆਂ ਘੱਟ ਲੈ ਰਹੀਆਂ, ਬਾਹਰਲੀਆਂ ਕੰਪਨੀਆਂ ਜ਼ਿਆਦਾ ਲੈ ਰਹੀਆਂ। ਹਰਿਆਣਾ ਵਾਲੇ ਆਪਦੀ ਸਟੇਟ ਦੀ ਕੰਪਨੀ ਨੂੰ ਪ੍ਰੈਫਰੈਂਸ ਦਿੰਦੇ ਆ, ਪਤਾ ਨਹੀਂ ਕਿਵੇਂ ਦਿੰਦੇ ਆ। ਠੀਕ ਹੈ। ਹਿਮਾਚਲ ਵਾਲੇ ਆਪਣੀ ਸਟੇਟ ਦੀਆਂ ਲੋਕਲ ਕੰਪਨੀ ਨੂੰ ਪ੍ਰੈਫਰੈਂਸ ਦਿੰਦੇ, ਪਤਾ ਨਹੀਂ ਕਿਵੇਂ ਦਿੰਦੇ। ਉਹ ਪੰਜਾਬ ਦੇ ਵਿੱਚ ਹੈ ਨਹੀਂ ਸੀ। ਸੋ ਮੈਂ ਇਹ ਉੱਥੇ ਡਿਸਕਸ਼ਨ ਕਰਵਾਈ ਵਿਧਾਨ ਸਭਾ ਦੇ ਵਿੱਚ। ਫਿਰ ਉਹਦੇ 'ਚ ਉਹਨਾਂ ਨੇ ਮਤਲਬ ਸੈਕਟਰੀ ਇੰਡਸਟਰੀ ਨੇ ਮੰਨਿਆ ਇਹ ਵੀ ਇੱਕ ਇਹਦੇ 'ਚ ਕਲੌਜ਼ ਹੈ, ਉਹਨੂੰ ਅਸੀਂ ਪ੍ਰੋਪਰਲੀ ਕਰਕੇ ਉਹਨੂੰ ਇਨਸਰਟ ਕਰਾਂਗੇ ਤਾਂ ਕਿ ਅਸੀਂ, ਕਿਉਂਕਿ ਇੱਥੋਂ ਵਾਲੀ ਇੰਡਸਟਰੀ ਦਾ ਫਿਰ ਇਹਨਾਂ ਨੇ ਸਾਡਾ ਕੀ ਵਿਗਾੜਿਆ। ਟੈਂਡਰ ਕਿਸ ਤਰੀਕੇ ਦਾ ਤੁਸੀਂ ਟੈਂਡਰ ਦਾ ਜ਼ਿਕਰ ਕਰ ਰਹੇ ਹੋ? ਸੜਕਾਂ ਦੇ ਕੋਈ ਵੀ ਸਮਾਨ ਪ੍ਰੋਕਿਓਰ ਕਰਨਾ, ਕੋਈ ਮਸ਼ੀਨ ਪ੍ਰੋਕਿਓਰ ਕਰਨੀ ਹੈ, ਤਾਂ ਸਾਰੇ ਬਾਹਰ ਦੀਆਂ ਕੰਪਨੀਆਂ ਨੂੰ ਟੈਂਡਰ। ਕਾਨੂੰਨੀ ਅੜਚਨ ਹੈ ਤੁਹਾਡੇ ਕਹਿਣ ਦਾ ਮਤਲਬ, ਕਾਨੂੰਨੀ ਅੜਚਨ ਸੀ ਬਾਈ ਲਾਅ। ਜਦੋਂ ਦੇਖੋ ਜੀ, ਮੈਂ ਮੰਨ ਲਓ ਟੈਂਡਰ ਲਿਖ ਰਿਹਾ, ਮੈਂ ਚਾਹੁੰਦਾ ਵੀ ਫਲਾਣੇ ਬੰਦੇ ਨੂੰ ਮਿਲਣੀ ਚਾਹੀਦੀ, ਮੈਂ ਉਸ ਤਰ੍ਹਾਂ ਹੀ ਪਾ ਦਿੰਦਾ। ਸੋ ਇਹਦੀ ਸਕਰੂਟਨੀ ਹੋਣੀ ਚਾਹੀਦੀ ਹੈ। ਸੋ ਉਸ ਤਰ੍ਹਾਂ ਦੀ ਮੈਂ ਮੀਟਿੰਗ ਕਰਾਉਣਾ ਨਾ, ਤਾਂ ਕਿ ਮਾਨਯੋਗ ਮੈਂਬਰ ਸਾਹਿਬਾਨ ਨੂੰ ਪਤਾ ਲੱਗੇ ਵੀ ਅਸੀਂ ਕਿੱਥੇ ਜਿਹੜੇ ਆ ਲੂਪ ਹੋਲ ਪਲੱਗ ਕਰਨੇ। ਨਹੀਂ, ਫਿਰ ਇਹ ਤਾਂ ਇੱਕ ਇਸ਼ਾਰਾ ਇਹ ਵੀ ਹੈ ਕਿ ਜਿਹੜੇ ਹੁਣ ਤੱਕ ਟੈਂਡਰ ਹੋਏ ਨੇ ਉਹਦੇ ਉੱਪਰ ਕੁਐਸਚਨ ਮਾਰਕ ਹੈ ਕਿ ਉੱਥੇ ਕਿਸੇ ਨੂੰ ਨਿੱਜੀ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਹੋਈ ਹੈ। ਐਵੇਂ ਹੋ ਸਕਦਾ ਹੋਇਆ ਨਿੱਜੀ ਨਾ ਹੋਇਆ, ਲੇਕਿਨ ਪੰਜਾਬ ਦਾ ਨੁਕਸਾਨ ਹੋਇਆ। ਪੰਜਾਬ ਦਾ ਨੁਕਸਾਨ, ਨਿੱਜੀ ਨਹੀਂ ਕਹਿ ਸਕਦੇ, ਲੇਕਿਨ ਜੇ ਆਪਾਂ ਉਹੀ ਕੰਪੀਟੀਟਿਵ ਜਿਹੜੀ ਪੰਜਾਬ ਦੀਆਂ ਕੰਪਨੀਆਂ ਉਹਨਾਂ ਨੂੰ ਐਜ ਦੇਈਏ, ਲੋਕਲ ਹੈ, ਇੱਥੋਂ ਕੱਲ ਨੂੰ ਕੋਈ 19-21 ਵੀ ਹੋ ਜਾਂਦੀ ਕੰਮ ਦੇ ਵਿੱਚ, ਅਸੀਂ ਇਹਨਾਂ ਨੂੰ ਫੜ ਸਕਦੇ ਹਾਂ। ਹੁਣ ਬੰਬੇ ਦੀ ਕੋਈ ਕੰਪਨੀ ਹੈ ਜੀ, ਉਹਨੂੰ ਕਿੱਥੋਂ ਜਾ ਕੇ ਤੁਸੀਂ ਉੱਥੇ ਜ਼ਿੰਮੇਵਾਰੀ ਫਿਕਸ ਕਰੋਗੇ ਉਹਨਾਂ ਦੀ? ਸੋ ਇਹ ਚੀਜ਼ਾਂ ਦੇਖਣ। ਤੁਸੀਂ ਮੈਡੀਸਨ ਦਾ ਜ਼ਿਕਰ ਕੀਤਾ ਸੀ, ਜਿਹੜੀ ਤੁਸੀਂ ਕਮੇਟੀ ਵੀ ਬਣਾਈ, ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਡਿਸਕਸ। ਇਨਫੈਕਟ ਜਿਵੇਂ ਇੰਡਸਟਰੀ ਦਾ ਤੁਸੀਂ ਜ਼ਿਕਰ ਕੀਤਾ, ਦੇਖੋ ਇਹ ਬਹੁਤ ਵੱਡੀ ਪ੍ਰੋਬਲਮ ਹੈ, ਖਾਸ ਤੌਰ ਤੇ ਜਿਹੜੀਆਂ ਵੱਡੀਆਂ ਬਿਮਾਰੀਆਂ ਹੈ, ਜਿਵੇਂ ਕਿਸੇ ਦੇ ਘਰ ਰੱਬ ਨਾ ਕਰੇ ਐਵੇਂ ਹੋਵੇ, ਪਰ ਬਹੁਤ ਲੋਕ ਐਸੇ ਹੈ ਜਿਹੜੇ ਕੈਂਸਰ ਤੋਂ ਪੀੜਤ ਆ, ਉਹਨਾਂ ਦੇ ਪਰਿਵਾਰਕ ਮੈਂਬਰ ਕੈਂਸਰ ਤੋਂ ਪੀੜਤ ਹੈ। ਅਣਗਿਣਤ ਅਜਿਹੇ ਲੋਕ ਹੈ ਜਿਨ੍ਹਾਂ ਦੇ ਨਾਲ ਪਰਸਨਲੀ ਤੌਰ ਦੇ ਉੱਤੇ ਗੱਲ ਕਰੋ ਤਾਂ ਉਹ ਕਹਿੰਦੇ ਫਲਾਣੀ ਜਗ੍ਹਾ ਤੋਂ ਲੈ ਲਓ, ਸੇਮ ਚੀਜ਼ ਤੁਹਾਨੂੰ ਮਿਲੇਗੀ 2000 ਰੁਪਏ ਦੀ। ਅੱਛਾ, ਕਿਸੇ ਟਰਸਟ ਵਾਲਿਆਂ ਤੋਂ ਜਾ ਕੇ ਲੈ ਲਓ, ਜਿਵੇਂ ਹੋਮੀ ਭਾਬਾ ਵੀ ਹੈ ਕੈਂਸਰ ਸਪੈਸ਼ਲਿਸਟ ਹਸਪੀਟਲ, ਤਾਂ ਉੱਥੇ ਉਹੀ ਚੀਜ਼ ਹੋ ਸਕਦਾ ਤੁਹਾਨੂੰ 150 ਦੀ ਮਿਲ ਰਹੀ ਹੋਵੇ, 100 ਰੁਪਏ ਦੀ ਮਿਲ ਰਹੀ ਹੋਵੇ। ਕੀ ਨਿਚੋੜ ਕੱਢਿਆ ਸੰਧਵਾ ਸਾਹਿਬ ਤੁਸੀਂ ਕਿ ਇਹ ਪੋਸੀਬਿਲਿਟੀ ਹੈ ਕਿ ਇਹਨਾਂ ਦੇ ਉੱਤੇ ਕੋਈ ਕੈਪਿੰਗ ਕੀਤੀ ਜਾ ਸਕੇ ਜਾਂ ਲਗਾਮ ਲਗਾਈ ਜਾ ਸਕੇ, ਲੋਕਾਂ ਦੀ ਲੁੱਟ ਨਾ ਹੋਵੇ? ਬਹੁਤ ਔਖੇ ਨੇ ਲੋਕ। ਜਦੋਂ ਸਵਰਗੀ ਰਾਮ ਵਿਲਾਸ ਪਾਸਵਾਨ ਕੈਮੀਕਲ ਤੇ ਫਰਟੀਲਾਈਜ਼ਰ ਮਿਨਿਸਟਰ ਸੀ, ਉਦੋਂ ਇਹ ਮੁੱਦਾ ਬੜਾ ਉੱਠਿਆ ਸੀ ਤੇ ਉਹਨਾਂ ਨੇ ਇਹ ਐਲਾਨ ਵੀ ਕਰ ਦਿੱਤਾ ਸੀ, ਮਤਲਬ ਉਹਨਾਂ ਵੱਲੋਂ ਮਤਲਬ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਗਈ ਸੀ। ਐਲਾਨ ਸ਼ਾਇਦ ਨਹੀਂ ਹੋਇਆ ਸੀ, ਇਨਫੋਰਮੇਸ਼ਨ ਸ਼ੁਰੂ ਵੀ ਉਹ ਤੇ ਸਰਕਾਰ ਐਕਸ਼ਨ ਲਏਗੀ, ਪਰ ਉਹ 2-3 ਦਿਨ ਦੇ ਵਿੱਚ ਹੀ ਕਹਾਣੀ ਫਿਰ ਉੱਥੇ ਚਲੀ ਗਈ ਉੱਪਰਲੇ ਲੈਵਲ ਤੇ ਨੈਟਵਰਕ। ਔਰ ਉਹਦਾ ਮਤਲਬ ਇਹ ਕਿੰਨੇ ਸ਼ਕਤੀਸ਼ਾਲੀ ਹੈ ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ। ਅਸੀਂ ਫਰੀਦਕੋਟ ਮੈਡੀਕਲ ਕਾਲਜ ਦੇ ਜਿਹੜੇ ਕੈਂਸਰ ਪੇਸ਼ੈਂਟ ਆ ਉਹਨਾਂ ਨੂੰ ਦਵਾਈਆਂ ਦਿੰਦੇ ਹੁੰਦੇ ਸੀ, ਮਤਲਬ ਜਿਹੜੇ ਗਰੀਬ ਹੈ, ਜਿਹੜੇ ਨਹੀਂ ਖਰੀਦ ਸਕਦੇ। ਠੀਕ ਹੈ। ਤਾਂ ਸਾਡਾ ਇੱਕ ਸਾਥੀ ਹੈ ਡਾਕਟਰ ਜੌੜਾ, ਉਹਨੇ ਕਿਹਾ ਕਹਿੰਦਾ ਤੁਸੀਂ ਕਿੰਨੇ ਕੁ ਨੂੰ ਦੇ ਲਓਗੇ? ਇਹਦਾ ਜਿਹੜੀ 10 ਰੁਪਏ ਵਾਲੀ ਚੀਜ਼ ਆ ਉਹ 1000 ਦੀ ਵਿਕਦੀ ਇੱਥੇ। ਐਕਚੁਅਲ ਪ੍ਰੈਕਟੀਕਲ ਗੱਲ ਹੈ, ਪ੍ਰੈਕਟੀਕਲ ਗੱਲ ਹੈ। ਉਹ ਅਸੀਂ ਬਿੱਲ ਵੀ ਦੇਖੇ, 1980 ਦਾ ਇੱਕ ਟੀਕਾ ਸੀ, ਉਹ ਕੈਮਿਸਟ ਨੂੰ 1980 ਦਾ ਪੈਂਦਾ, ਲੇਕਿਨ ਉਹਦੇ ਉੱਪਰ MRP ਲਿਖੀ ਹੈ 19,800। ਅੱਛਾ, ਉਹ ਜਿਹੜਾ ਡਿਸਕਾਊਂਟ ਦੇਣਾ, ਉਹ ਜਿਹੜਾ ਤੁਹਾਡੇ ਵਰਗਾ ਸੂਟਡ ਬੂਟਡ ਬੰਦਾ ਟਾਈ ਟੂਈ ਲੱਗੀ ਉਹਨੂੰ 10% ਦੇਣ ਦਾ ਬੜਾ ਖੁਸ਼ ਹੋ ਜਾਂਦਾ ਸੀ। ਜੇ ਕੋਈ ਸੱਚੀ ਕੋਈ ਗਰੀਬ ਬੰਦਾ
ਉਹ ਕੈਮਿਸਟ ਦੀ ਮਰਜ਼ੀ ਆ, ਉਹਨੂੰ 50% ਵੀ ਦੇ ਦਿੰਦਾ ਸੀ। ਕਿ ਖੁਦ ਨੂੰ ਹੀ ਤਰਸ ਆ ਗਿਆ ਕਿ ਹਾਂ, ਉਹ ਤਰਸ ਦੇ ਦਿੰਦਾ। ਕੋਈ ਜਮਾਂ ਹੀ ਕੋਈ ਗਰੀਬ ਹੈ, ਮਤਲਬ 1980 ਤੋਂ ਲੈ ਕੇ 19,800 ਤੱਕ ਕਿਤੇ ਵੀ ਦੇ ਉਹਨੂੰ ਫਾਇਦਾ ਹੀ ਹੈ। ਸੋ ਇਸ ਚੀਜ਼ ਨੂੰ ਅਸੀਂ ਰੋਕਣ ਵਾਸਤੇ ਗੁਰਪ੍ਰੀਤ ਚੰਦਬਾਜਾ ਜੀ ਹੋਰੀ ਤੇ ਅਸੀਂ ਇੱਕ ਲੈਟਰ ਲਿਖਿਆ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਉਸ ਤੋਂ ਥੱਲੇ ਸਾਰੇ ਪੋਲੀਟੀਕਲ ਪੋਸਟਾਂ ਜਿਹੜੀਆਂ ਸਾਰੀਆਂ MLA ਤੱਕ ਜੀ ਹੈ ਤਾਂ ਹੁਣ ਜਮਾਤ ਸਾਡੀ ਹੈ, ਕਿਸੇ ਦਾ ਕੋਈ ਜਵਾਬ ਨਹੀਂ ਆਇਆ। ਸਿਰਫ ਅਰਵਿੰਦ ਕੇਜਰੀਵਾਲ ਦਾ ਜਵਾਬ ਆਇਆ ਸੀ ਕਿ ਅਸੀਂ ਤੁਹਾਡਾ ਇਹ ਲੈਟਰ ਰਿਸੀਵ ਕਰ ਲਿਆ, ਤੇ ਇੱਕ ਜਵਾਬ ਆਇਆ ਸੀ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਉਹਨਾਂ ਨੇ ਉਹ 4 ਲਾਈਨ ਦੀ ਚਿੱਠੀ ਨੂੰ PIL ਮੰਨਿਆ, HC ਅਰੋੜਾ ਨੂੰ ਐਮਿਕਸ ਕਿਊਰੀ ਨਿਯੁਕਤ ਕੀਤਾ, ਤੇ ਕੈਂਸਰ ਦੀਆਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਐਸੈਂਸ਼ੀਅਲ ਡਰੱਗ ਸੀ ਉਹਨਾਂ ਦੀ ਪ੍ਰਾਈਸ ਨੂੰ ਰੈਗੂਲੇਟ ਕਰਤਾ। ਲੇਕਿਨ ਉਹਦੇ ਨਾਲ ਇੱਕ ਜਿੱਥੋਂ ਮੈਂ ਤੁਹਾਨੂੰ ਇਹਨੇ ਤਾਕਤ ਦੀ ਗੱਲ ਦੱਸਦਾ, ਇਹ ਜਿਹੜਾ ਇਹ ਇੰਡਸਟਰੀ ਹੈ ਜਿਹੜੀ ਫਾਰਮਾ ਇੰਡਸਟਰੀ ਦੀ ਤਾਕਤ ਕਿੰਨੀ ਹੈ, ਉਹਦੇ ਨਾਲ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਸੀ ਵੀ ਜਿਹੜੀਆਂ ਮਹਿੰਗੀਆਂ ਜਿਹੜੀਆਂ ਸ਼ੈਡਿਊਲਡ ਤੇ ਨਾਨ ਸ਼ੈਡਿਊਲਡ ਡਰੱਗਸ ਆ, ਠੀਕ ਹੈ ਜੀ, ਮਹਿੰਗੀਆਂ ਤੇ ਸਸਤੀਆਂ ਜਿਹੜੀਆਂ ਕਹਿ ਲਓ, ਦਵਾਈ ਤੇ ਦਵਾਈ ਹੈ ਨਾ ਜੀ, ਕੋਈ ਘਟੀਆ ਵਧੀਆ ਤਾਂ ਹੋ ਨਹੀਂ ਸਕਦੀ, ਜਾਂ ਤਾਂ ਦਵਾਈ ਹੈ ਤੇ ਜਾਂ ਜ਼ਹਿਰ ਹੈ। ਬਿਲਕੁਲ ਉਹਨਾਂ ਦੀ ਪੈਕਿੰਗ ਲਾਲ ਅੱਡ ਤੇ ਹਰੀ ਅੱਡ ਕਰਨ ਦਾ ਸੀ, ਤਾਂ ਕਿ ਪਤਾ ਲੱਗ ਜਾਵੇ ਵੀ ਡਾਕਟਰ ਨੇ ਕਿਹੜੀ ਦਵਾਈ ਮਹਿੰਗੀ ਦਿੱਤੀ ਹੈ ਕਿ ਸਸਤੀ ਦਿੱਤੀ। ਇਹ ਐਕਟ ਦੇ ਵਿੱਚ ਸੀ। ਹਾਈ ਕੋਰਟ ਨੇ ਇਹ ਡਾਇਰੈਕਸ਼ਨ ਕਰਤੀ ਕਿ ਇਸ ਕਲੌਜ਼ ਨੂੰ ਵੀ ਲਾਗੂ ਕੀਤਾ ਜਾਵੇ ਵੀ ਪੈਕਿੰਗ ਹਰੀ ਤੇ ਲਾਲ ਹੋਵੇ। 1 ਮਹੀਨੇ ਦਾ ਸਮਾਂ ਦੇਤਾ। ਅਸੀਂ ਮਹੀਨੇ ਬਾਅਦ 2 ਮਹੀਨੇ ਬਾਅਦ ਅਸੀਂ ਅਰੋੜਾ ਸਾਹਿਬ ਕੋਲੇ ਆਏ। ਅਸੀਂ ਕਿਹਾ ਅਰੋੜਾ ਸਾਹਿਬ ਵੀ ਇਹ ਲਾਗੂ ਨਹੀਂ ਹੋਇਆ, ਹਾਈ ਕੋਰਟ ਨੇ ਤਾਂ ਯੂਨੀਅਨ ਗਵਰਨਮੈਂਟ ਨੂੰ ਪਾਰਟੀ ਬਣਾ ਕੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਲਾਗੂ ਹੋਣਾ ਚਾਹੀਦਾ। ਕਹਿੰਦੇ ਜੀ ਕੋਰਟਾਂ ਨੇ ਤਾਂ ਕਾਨੂੰਨ ਹੀ ਲਾਗੂ ਕਰਦੇ ਆ ਨਾ, ਤੇ ਉਹਨਾਂ ਨੇ ਮਹੀਨੇ ਦੇ ਵਿੱਚ ਕਾਨੂੰਨ ਹੀ ਬਦਲਤਾ ਸੀ। ਇਹ ਤਾਕਤ ਆ, ਇਹ ਤਾਕਤ ਹੈ। ਸੋ ਉਹਨਾਂ ਨੂੰ ਇਹ ਲੋਕਾਂ ਦੀ ਤਾਕਤ ਨਾਲ ਹੀ ਆਪਾਂ ਉਹਨੂੰ ਕਰ ਸਕਦੇ ਹਾਂ। ਪੋਸੀਬਲ ਹੈ, ਬਿਲਕੁਲ ਰੈਗੂਲੇਟ ਕੀਤੀਆਂ ਜਾ ਸਕਦੀਆਂ। ਮੈਂ ਉਹੀ ਜਾਣਨਾ ਚਾਹ ਰਿਹਾ ਸੀਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਔਰ ਲੋਕਾਂ ਦੀਆਂ ਸਮੱਸਿਆਵਾਂ ਚਿੱਠੀਆਂ, ਮੇਲਸ ਔਰ ਪਟੀਸ਼ਨਾਂ ਦੇ ਵਿਚਾਲੇ ਰੁਲ ਜਾਂਦੀਆਂ। ਇਹ ਸੱਚ ਹੈ। ਹੁਣ ਕੀ ਤਾਕਤ ਹੈ ਸਰ, ਸਮਝਾਓ ਕਿ ਜੇ ਕਿਹਾ ਜਾਂਦਾ ਕਿ ਲੋਕਤੰਤਰ ਦੇ ਵਿੱਚ ਤਾਂ ਜਨਤਾ ਦੀ ਵੋਟ ਦੀ ਤਾਕਤ ਸਭ ਤੋਂ ਵੱਡੀ ਹੈ, ਤਾਂ ਉਹ ਤਾਂ ਤੁਹਾਡੇ ਵਾਲੇ ਪਾਸੇ ਕਰਤੀ ਨਾ ਲੋਕਾਂ ਨੇ। ਸੋ ਉਸੇ ਤਾਕਤ ਨੂੰ ਆਪਾਂ ਯੂਜ਼ ਕਰਨ ਦਾ ਕੋਸ਼ਿਸ਼ ਕਰ ਰਹੇ ਹਾਂ। ਸਾਡੇ MLA ਸਾਹਿਬਾਨ ਨੂੰ ਪਤਾ ਹੀ ਨਹੀਂ ਸੀ, ਬਹੁਤੇ MLA ਸਾਹਿਬਾਨ ਨੂੰ, ਕਿਉਂਕਿ ਉਹਨਾਂ ਦਾ ਫੀਲਡ ਨਹੀਂ ਸੀ ਇਹ। ਸੋ ਇਹਦੇ ਬਾਰੇ ਦੱਸਿਆ, ਹੁਣ ਸਾਰਿਆਂ ਨੇ ਡਿਸਕਸ਼ਨ ਕੀਤੀ, ਹੁਣ ਮਤਾ ਪਾ ਕੇ ਮਤਾ ਪਾਸ ਕਰਤਾ, ਉਹ ਗਵਰਨਰ ਸਾਹਿਬ ਦੇ ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ ਜਾਊਗਾ। ਸੋ ਇਸ ਤਰ੍ਹਾਂ ਦੇ ਜੀ ਸਾਰੀਆਂ ਸਟੇਟਾਂ 'ਚ ਹੋਣ ਲੱਗ ਪੈਣਾ, ਤੇ ਫਿਰ ਹੀ ਇੱਕ ਦਬਾਅ ਬਣੇਗਾ ਓਵਰਆਲ ਦੇਸ਼ ਪੱਧਰ ਤੇ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਲਾਸਟ ਸਵਾਲ ਇਸੀ ਸੈਗਮੈਂਟ ਦੇ ਨਾਲ ਜੁੜਿਆ ਹੋਇਆ ਪੁੱਛ ਰਿਹਾ, ਕੋਈ ਇਫੈਕਟ, ਕੋਈ ਇੰਪੈਕਟ ਨਜ਼ਰ ਆਏਗਾ ਜਾਂ ਆ ਸਕਦਾ ਹੈ? ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਤੁਹਾਨੂੰ ਸੁਣ ਰਹੇ ਹੋਣੇ ਆ। ਮੈਂ ਵਾਰ-ਵਾਰ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਖਾਸ ਤੌਰ ਤੇ ਮਾਲਵੇ ਤੋਂ ਤੁਸੀਂ ਵੀ ਆਉਂਦੇ ਹੋ, ਬਹੁਤ ਔਖੇ ਨੇ ਲੋਕ ਜਿਨ੍ਹਾਂ ਦੇ ਘਰ ਕੋਈ ਕੈਂਸਰ ਦਾ ਪੇਸ਼ੈਂਟ ਆ ਜਾਵੇ ਨਾ, ਤਾਂ ਸਮਝ ਲਓ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲੀ ਗੱਲ ਆਉਂਦੀ ਹੈ ਕਿ ਸਾਡਾ ਜੀ ਬਚੇਗਾ ਜਾਂ ਨਹੀਂ, ਪਤਾ ਨਹੀਂ। ਜੀ ਰਿਸ਼ਤੇ ਟੁੱਟ ਜਾਂਦੇ ਆ, ਘਰ ਵਿਕ ਜਾਂਦੇ ਆ। ਬਿਲਕੁਲ ਉਹਨਾਂ ਲਈ ਇਹ ਉਮੀਦ ਦੀ ਗੱਲ ਹੈ ਕਿ ਹੁਣ ਲੋਕਾਂ ਨੂੰ, ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਨੂੰ ਲੁੱਟਿਆ ਜਾ ਰਿਹਾ। ਸਾਨੂੰ ਐਂ ਲੱਗਦਾ ਸੀ ਦਵਾਈ ਇੰਨੀ ਮਹਿੰਗੀ ਹੁੰਦੀ ਹੈ। ਹੁਣ ਕਮ ਸੇ ਕਮ ਸਾਨੂੰ ਪੰਜਾਬੀਆਂ ਨੂੰ, ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਪਤਾ ਤਾਂ ਲੱਗ ਗਿਆ ਨਾ ਵੀ ਸਾਨੂੰ ਲੁੱਟਿਆ ਜਾ ਰਿਹਾ। ਜਦੋਂ ਸਾਨੂੰ ਪਤਾ ਲੱਗ ਜਾਏ ਫਿਰ ਅਸੀਂ ਆਪਦੇ ਬੂਹੇ ਕੁੰਡੇ ਲਾ ਲੈਂਦੇ ਆ। ਚਲੋ ਕੁੱਲ ਮਿਲਾ ਕੇ ਤੁਹਾਡੀ ਗੱਲ ਤੋਂ ਇੱਕ ਇਹ ਵੀ ਗੱਲ ਸਮਝ ਆ ਰਹੀ ਹੈ ਕਿ ਜੇ ਅਗਲੀ ਵਾਰ ਕੋਈ ਖਰੀਦਣ ਜਾ ਰਿਹਾ ਹੈ, ਕਿਸੇ ਨੇ 20,000 ਦੀ ਚੀਜ਼, ਤਾਂ ਉਹ ਨੈਗੋਸ਼ੀਏਟ ਕਰ ਲਵੇ, ਹਾਂ, ਕਿ ਬਾਰਗੇਨਿੰਗ ਕਰ ਲਵੇ। ਹੋ ਸਕਦਾ ਕਿ ਤੁਹਾਨੂੰ 2500 ਕਿੰਨੇ ਵੱਜ ਜਾਣ ਮੌਕੇ ਤੇ ਖੜੇ। ਇਹ ਬਹੁਤ ਇੰਪੋਰਟੈਂਟ ਹੈ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਪੁੱਛਦੇ ਨਹੀਂ ਦਵਾਈ ਲੈ ਕੇ ਕਿੰਨੇ ਪੈਸੇ ਦੇ ਕੇ ਆਏ। ਇਸ ਤਰ੍ਹਾਂ ਦਾ ਹੈ, ਕਈ ਵਾਰੀ ਡਾਕਟਰ ਨੂੰ ਪੁੱਛਦਾ ਜਿਹੜਾ MR ਹੈ ਵੀ MRP ਕਿੰਨੀ ਲਿਖਦੀ ਹੈ ਜੀ। ਮਤਲਬ ਕਾਨੂੰਨ ਉਹਨਾਂ ਨੂੰ ਖੁੱਲ੍ਹ ਦਿੰਦਾ ਹੈ। MRP ਉਹ 40 ਰੁਪਏ ਵੀ ਲਿਖ ਸਕਦਾ ਤੇ 40,000 ਵੀ ਲਿਖ ਸਕਦਾ। ਔਰ ਇਹ ਲੋਕਾਂ ਦੀ ਲੁੱਟ ਹੈ। ਇਹ ਲੋਕਾਂ ਦੀ। ਚਲੋ ਮੈਂ ਨਾ ਲੋਕਾਂ ਦੀ ਨਹੀਂ, ਮਰੀਜ਼ਾਂ ਦੀ। ਉਸ ਤੋਂ ਵੀ ਅਗਲੀ ਗੱਲ ਹੈ, ਮਰੀਜ਼ ਜਿਹੜਾ ਦਇਆ ਦਾ ਪਾਤਰ ਹੈ, ਬਿਮਾਰ ਬੰਦਾ, ਉਹਦੀ ਲੁੱਟ ਹੈ। ਚਲੋ ਮੈਂ ਅਗਲੀ ਚੀਜ਼ ਵੱਲ ਰੁਖ ਕਰਦਾ ਹਾਂ। ਰਾਜਪਾਲ ਤੇ ਸਰਕਾਰ ਦੇ ਰਿਲੇਸ਼ਨਸ ਦਾ ਵਿਧਾਨ ਸਭਾ ਦੀ ਕਾਰਵਾਈ ਤੇ ਕੀ ਅਸਰ ਦੇਖਦੇ ਹੋ? ਦੇਖੋ, ਮੈਂ ਤਾਂ ਇਹ ਕਹਿਣਾ ਵੀ ਮਾਨਯੋਗ ਰਾਜਪਾਲ ਸਾਹਿਬ ਤੇ ਸਰਕਾਰ ਦੇ ਰਿਲੇਸ਼ਨ ਜਿੰਨੇ ਵੱਧ ਤੋਂ ਵੱਧ ਮਿੱਠੇ ਹੋਣ ਉਹਨਾਂ ਚੰਗਾ। ਰਿਲੇਸ਼ਨ ਕਿਤੇ ਵੀ ਕੜਵਾਹਟ ਆਉਂਦੀ ਉਹਦਾ ਜਨਰਲੀ ਮਾੜਾ ਪ੍ਰਭਾਵ ਪੈਂਦਾ ਹੁੰਦਾ, ਲੇਕਿਨ ਹੁਣ ਠੀਕ ਹੈ। ਹਾਂ, ਠੀਕ ਹੋ ਜਾਏਗਾ, ਬਿਲਕੁਲ ਠੀਕ, ਉਮੀਦ ਕਰੀਏ ਠੀਕ। ਨਹੀਂ ਬਿਲਕੁਲ ਠੀਕ ਹੈ। ਅੱਛਾ, ਜਿਹੜਾ ਵਿਧਾਨ ਸਭਾ ਦਾ ਇਜਲਾਸ ਰੋਕਿਆ ਗਿਆ, ਇੱਕ ਦਿਨੀ ਵਿਸ਼ੇਸ਼ ਇਜਲਾਸ ਸੀ, ਤੁਹਾਨੂੰ ਲੱਗਦਾ ਕਿ ਕੋਈ ਸਹੀ ਕਦਮ ਸੀ ਜਾਂ ਉਸ ਦੇ ਉੱਪਰ ਵੀ ਕੋਈ ਕੁਐਸਚਨ ਮਾਰਕ ਹੈ? ਦੇਖੋ, ਇੱਕ ਇਹ ਵੀ ਲਗਾਤਾਰ CM ਸਾਹਿਬ ਨੇ ਜ਼ਿਕਰ ਕੀਤਾ ਕਿ ਇਲੈਕਟਿਡ ਔਰ ਸਿਲੈਕਟਿਡ ਲੋਕਾਂ ਨੂੰ ਫਰਕ ਦੇਖਣਾ ਹੋਏਗਾ, ਤਾਂ ਕਿ ਉਹ ਜੋ ਕੁਝ ਵੀ ਹੋਇਆ, ਇੱਕ ਦਿਨ ਦਾ ਸੈਸ਼ਨ ਕੈਂਸਲ ਹੋਇਆ, ਉਹਨੂੰ ਵਿਧਾਨ ਸਭਾ ਦੇ ਸਪੀਕਰ ਕਿਵੇਂ ਦੇਖਦੇ?
ਦੇਖੋ ਬਤੌਰ ਵਿਧਾਨ ਸਭਾ ਦੇ ਸਪੀਕਰ ਮੇਰੀ ਨਾ ਸੀਮਾਵਾਂ ਹੈ। ਕਹਿੰਦੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ Diplomatic ਜਵਾਬ। ਸਮਾਧਾਨ ਕੀ ਕਹਿਣਗੇ। ਡਿਪਲੋਮੈਟਿਕ ਜਵਾਬ ਨਹੀਂ ਸਦਮਾ ਸਾਹਿਬ ਜਾਣਦੇ ਆ ਕਿ ਇੱਥੇ ਇਹ ਨਹੀਂ ਕਿਹਾ ਜਾਣਾ ਕਿ ਇਹ ਚੀਜ਼ਾਂ ਰਿਕਾਰਡ ਨਾ ਕੀਤੀਆਂ ਜਾਣ। ਇੱਥੇ ਸਾਰਾ ਕੁਝ ਰਿਕਾਰਡ ਨਾਲੇ ਜਨਤਾ ਦੀ ਹੁਣ ਕਚਹਿਰੀ ਜੋ 'ਚ। ਤੁਸੀਂ ਕਹਿ ਰਹੇ ਹੋ ਵੀ ਹੁਣ ਤੇ ਸੁਧਰ ਰਿਹਾ ਹੈ, ਹਾਂ, ਤੇ ਸੁਧਰ। ਫਿਰ ਦੁਬਾਰਾ ਨਾ ਬੰਦਾ ਸੋਚਦਾ ਕੋਈ ਪੰਗਾ ਪਾ ਲਈਏ। ਨਹੀਂ ਆਪਾਂ ਮਤਲਬ ਆਪਾਂ ਚੰਗਾ ਦੇਖੀਏ ਜੀ, ਸਭ ਕੁਝ ਚੰਗਾ ਹੋ ਜਾਊਗਾ। ਇਹ ਆਪਣੀ ਨਜ਼ਰ ਤੇ ਵੀ ਹੈ ਨਾ ਜੀ, ਸਭ ਕੁਝ ਚੰਗਾ ਹੋ ਜਾਏਗਾ। ਤੇ ਕੋਟਕਪੁਰਾ ਦੇ ਲੋਕ ਵੀ ਤੁਹਾਡੇ ਤੋਂ ਬੜੀਆਂ ਉਮੀਦਾਂ ਲਾ ਕੇ ਰੱਖਦੇ ਹੋਣੇ ਆ। ਬਹੁਤ ਉਮੀਦਾਂ ਜੀ। ਉਹਨਾਂ ਦੀਆਂ ਗੱਲਾਂ ਵਿਧਾਨ ਸਭਾ 'ਚ ਕਿਵੇਂ ਪਹੁੰਚਾਉਂਦੇ ਆ ਫਿਰ? ਉਹ ਫਿਰ ਬਾਕੀ ਤੇ ਸਵਾਲ ਲਾ ਲੈਂਦੇ ਆ, 0 ਆਵਰ ਮਿਲ ਜਾਂਦਾ, ਤੁਹਾਨੂੰ ਤੇ ਕੁਝ ਵੀ ਨਹੀਂ ਮਿਲਦਾ। ਤੁਸੀਂ ਦੇਖਿਆ ਹੀ ਹੋਣਾ ਜੀ, ਮੈਂ ਢੰਗ ਦੇ ਨਾਲ ਕਹਿ ਦਿੰਦਾ ਇਹਨਾਂ ਦੀ ਸੜਕ ਮੰਨ ਗਿਆ ਤਾਂ ਮੇਰੀ ਸੜਕ ਵੀ ਬਣਾ ਦਿਓ ਜੀ। ਬਣਾ ਦਿਓ। ਵੈਸੇ ਕੋਟਕਪੁਰਾ ਦੇ ਲੋਕਾਂ ਦੀਆਂ ਅਰਦਾਸਾਂ ਕਰਕੇ ਗੁਰੂ ਪਾਤਸ਼ਾਹ ਨੇ ਤਾਕਤ ਵੀ ਦੇਤੀ ਆ ਵੀ ਜਿਹੜੇ ਗੱਲ ਲਈ ਮਾਨਯੋਗ ਮੈਂਬਰ ਸਾਹਿਬਾਨਾਂ ਨੂੰ ਸਵਾਲ ਲਾਉਣੇ ਪੈਂਦੇ ਆ, ਆਪਾਂ ਬੁਲਾ ਕੇ ਪੁੱਛ ਲਈਦਾ ਮੰਤਰੀ। ਕਿਸੇ ਵੀ ਅਫਸਰ ਕਈ ਨੂੰ ਬੁਲਾ ਵਾਰੀ ਸਕਦਾ ਸੰਬੰਧਿਤ ਸਪੀਕਰ। ਸਵਾਲ ਹੀ ਆ ਜਾਂਦਾ, ਜੇ ਸੰਬੰਧਿਤ ਮੁੱਦਾ ਤੁਹਾਡੇ ਧਿਆਨ 'ਚ ਹੋਵੇ ਤਾਂ ਤੁਸੀਂ ਰਿਲੇਟ ਕਰਕੇ ਕਹਿ ਸਕਦੇ ਹੋ। ਪਹਿਲਾਂ ਵੀ ਕਈ ਵਾਰੀ ਸਪੀਕਰ ਸਾਹਿਬ ਨੇ ਕਿਹਾ ਹੈ, ਜਿਹੜੇ ਪਿਛਲੀਆਂ ਸਰਕਾਰਾਂ 'ਚ ਵੀ ਮੇਰੇ ਹਲਕੇ 'ਚ ਵੀ ਆਹ 2 ਸੜਕਾਂ ਨਹੀਂ ਬਣੀਆਂ ਜੀ, ਉਹਦਾ ਵੀ ਭਰੋਸਾ ਦੇ ਦਿਓ। ਭਰੋਸਾ ਦੇ ਦਿਓ। ਉੱਤੇ ਤਾਂ ਫਿਰ ਦੇਣਾ ਹੀ ਪੈਂਦਾ ਹੈ। ਤੇ ਇੱਕ ਮੈਂ ਹੋਰ ਜਾਣਨਾ ਚਾਹੁੰਦਾ ਕਿ ਵਿਧਾਨ ਸਭਾ ਦੇ ਅੰਦਰ ਇਸ ਵਾਰੀ ਯੰਗ ਬ੍ਰਿਗੇਡ ਬਹੁਤ ਹੈ, ਬਹੁਤ ਤੇ ਫਿਰ ਜੋਸ਼ ਵੀ ਬੜਾ ਜ਼ਬਰਦਸਤ ਹੁੰਦਾ ਨਾ ਉਹਨਾਂ ਦੇ ਪੂਰਾ ਜੋਸ਼। ਉਹ ਕਿਵੇਂ ਸੰਭਾਲਦੇ ਹੋ? ਮੈਂ ਪਿੱਛੇ ਜੇ ਸੁਣ ਰਿਹਾ ਸੀਗਾ, ਤੁਸੀਂ ਥੋੜਾ ਜਿਹਾ ਇੱਕ ਡਾਂਟਣ ਵਾਲਾ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਨਹੀਂ, ਪਰ ਤੁਹਾਡਾ ਤਲਖ ਅੰਦਾਜ਼ ਸੀਗਾ ਕਿ ਨਹੀਂ ਇਹ ਨਹੀਂ ਹੋ ਸਕਦਾ, ਬੈਠ ਜਾਓ, ਸਿਟ ਡਾਊਨ, ਬੈਠ ਜਾਓ। ਮਤਲਬ ਵਿਧਾਨ ਸਭਾ ਦਾ ਜਿਹੜਾ ਮਿੰਟ ਕੀਮਤੀ ਹੈ। ਹਾਲਾਂਕਿ ਉਹ ਮਾਨਯੋਗ ਮੈਂਬਰ ਦਾ ਕਸੂਰ ਨਹੀਂ ਸੀ, ਕਸੂਰ ਸਾਡਾ ਸੀ, ਕਿਉਂਕਿ ਅਸੀਂ ਉਹਨੂੰ ਦੱਸ ਨਹੀਂ ਸਕੇ, ਉਹਨੂੰ ਟ੍ਰੇਨਿੰਗ ਨਹੀਂ ਦੇ ਸਕੇ। ਹੁਣ ਟ੍ਰੇਨਿੰਗ ਦੇਤੀ, ਅਗਰ ਹੁਣ ਉਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਫਿਰ ਉਹਨਾਂ ਦਾ ਕਸੂਰ ਹੋ ਸਕਦਾ। ਲੇਕਿਨ ਹੁਣ ਵਿਧਾਨ ਸਭਾ ਦਾ ਕੰਮ ਵੀ ਚਲਾਉਣਾ ਹੈ, ਸਾਰੇ ਜਿਹੜੀਆਂ ਕਾਰਵਾਈਆਂ ਉਹਨਾਂ ਨੂੰ ਮਿੱਥੇ ਸਮੇਂ ਦੇ ਵਿੱਚ ਪੂਰੀਆਂ ਕਰਨੀਆਂ, ਸੋ ਇਸ ਕਰਕੇ ਥੋੜਾ ਬਹੁਤਾ ਹੋ ਜਾਂਦਾ। ਵੈਸੇ ਜਿਹੜਾ ਯੰਗ ਬ੍ਰਿਗੇਡ ਹੈ, ਇਹਨਾਂ 'ਚ ਸ਼ੌਂਕ ਬੜਾ। ਮੈਨੂੰ ਖੁਦ ਆ ਕੇ ਕਹਿੰਦੇ ਵੀ ਆਪਾਂ ਹੋਰ ਮੀਟਿੰਗ ਕਰੀਏ ਜੀ, ਉਹ ਤਿਆਰੀ ਕਰੀਏ ਜੀ, ਤਿਆਰੀ ਕਰਕੇ ਲਿਆਉਂਦੇ ਆ, ਔਰ ਐਡੀ ਵਧੀਆ ਤਿਆਰੀ ਕੀਤੀ ਹੁੰਦੀ ਹੈ। ਮਤਲਬ ਮੈਂ ਦੇਖਦਾ ਵੀ ਡਿਬੇਟ ਦਾ ਮਿਆਰ ਹੈ ਉਹ ਵੱਧ ਰਿਹਾ। ਤੇ ਕੋਈ ਐਸਾ ਹੈ ਸਦਨ ਦੇ ਅੰਦਰ ਜਿਹੜਾ ਜਿਹਨੂੰ ਸੁਣਨ ਨੂੰ ਕੁਲਤਾਰ ਸੰਧਵਾ ਖੁਦ ਵੀ ਸੀਐਮ ਸਾਹਿਬ ਦਾ ਜ਼ਿਕਰ ਨਾ ਕਰਿਓ, ਜੇ ਹੋ ਸਕੇ ਤਾਂ ਵਿਰੋਧੀਆਂ ਦੇ ਵਿੱਚੋਂ ਦੱਸ ਦਿਓ ਕੋਈ ਕਿ ਜਿਸ ਨੂੰ ਸੁਣਨ ਦੇ ਲਈ ਤੁਹਾਨੂੰ ਵੀ ਲੱਗੇ ਕਿ ਅੱਛਾ ਅੱਜ ਇਹਨਾਂ ਨੇ ਬੋਲਣਾ ਤਾਂ ਇਹ ਬੜੀ ਸੋਲਿਡ ਜੀ ਢੁਕਵੀਂ ਗੱਲ ਕਰਨਗੇ, ਮੈਂ ਵੀ ਸੁਣਾਂਗਾ। ਦੇਖੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਬੜੇ ਵਧੀਆ ਤਰੀਕੇ ਨਾਲ ਗੱਲ ਰੱਖਦੇ ਆ। ਪ੍ਰਿੰਸੀਪਲ ਬੁੱਧਰਾਮ, ਉਹਨਾਂ ਵਰਗੀ ਗੱਲ ਮਤਲਬ ਬਹੁਤ ਦਲੀਲ ਬੜੇ ਠਰਮੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਰੱਖਦੇ ਆ। ਔਰ ਨਵਿਆਂ ਚੋਂ ਵੀ ਜਿਵੇਂ ਸੁਖਾਨੰਦ ਜੀ ਹੋ ਗਏ, ਤੁਸੀਂ ਜਮੀਲ ਉਰ ਰਹਿਮਾਨ, ਲਾਡੀ ਢੋਸ, ਮਤਲਬ ਮੈਂ ਜੇ ਨਾਂ ਲਵਾਂ ਤਾਂ ਇਹ ਸਾਰੀ ਫਿਰ ਮਤਲਬ ਲਗਭਗ ਸਾਰੇ ਹੀ ਵਧੀਆ ਬੋਲਦੇ ਆ। ਮੈਂ ਵੇਖਿਆ ਨਹੀਂ ਵੀ ਕੋਈ ਵੀ ਮਾਣਯੋਗ ਮੈਂਬਰ ਸਾਡਾ ਜਿਹੜਾ ਆਪਦੀ ਗੱਲ ਨੂੰ ਪ੍ਰੋਪਰਲੀ ਕਹਿ ਨਾ ਸਕਿਆ ਹੋਵੇ, ਇਸ ਤਰ੍ਹਾਂ ਦਾ ਕੋਈ ਹੋਊ। ਸਾਰੇ ਪੁਆਇੰਟਡ ਗੱਲ ਕਰਦੇ ਆ, ਪੂਰੀ ਕ੍ਰਿਸਪ। ਤੇ ਕੋਈ ਐਸਾ ਵੀ ਹੈਗਾ ਜਦੋਂ ਬੋਲਣ ਲੱਗੇ ਤੁਸੀਂ ਕਹੋ ਕਿ ਚਲੋ ਫਟਾਫਟ ਖਤਮ ਹੋਵੇ? ਹੁਣ ਮੈਨੂੰ ਲੱਗਦਾ ਤੁਸੀਂ ਨਾਮ ਲੈਣਾ ਨਹੀਂ। ਨਾਮ ਨਹੀਂ ਲੈਣਗੇ। ਨਹੀਂ ਐਸੇ ਸਾਰੇ ਠੀਕ ਨੇ, ਸਾਰੇ ਠੀਕ ਨੇ। ਚਲੋ।